ਅਸੀਂ ਐਕਚੁਅਲੀ ਜੰਤਰ ਮੰਤਰ ਗਏ ਸੀਗੇ ਤੇ ਜਿਵੇਂ ਕਿ ਕਿਸਾਨਾਂ ਦੀ ਅਸੀਂ ਇੰਟਰਵਿਊ ਕੀਤੀ ਤੇ ਸਾਡਾ ਜੋ ਮੀਡੀਆ ਹੁੰਦਾ ਨਿਰਪੱਖ ਹੁੰਦਾ, ਸਿਰਫ ਇੱਕ ਪਾਸਾ ਨਹੀਂ ਦਿਖਾ ਸਕਦਾ, ਹਰ ਇੱਕ ਪੱਖ ਦਿਖਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ। ਜਿਸ ਦੇ ਚੱਲਦੇ ਅਸੀਂ ਦਿਖਾਇਆ ਕਿ ਜੇ ਕਿਸਾਨਾਂ ਦੇ ਦਿਲ ਦੇ ਵਲਵਲੇ ਨਹੀਂ, ਜੇ ਉਹਨਾਂ ਦੇ ਸਵਾਲ ਨਹੀਂ, ਤਾਂ ਕਿਉਂ ਨਾ ਜਾ ਕੇ ਜੰਤਰ ਮੰਤਰ ਤੇ ਜਿਹੜੇ ਵਿਧਾਇਕ ਸਾਡੇ MP ਬੈਠੇ ਹੋਏ ਨੇ ਉਹਨਾਂ ਨੂੰ ਵੀ ਦਿਖਾਇਆ ਜਾਵੇ ਕਿ ਉਹ ਵੀ ਕਿਸਾਨਾਂ ਦੇ ਲਈ ਬੈਠੇ ਹੋਏ ਨੇ। ਪਰ ਉੱਥੇ ਸਵਾਲ ਇੱਕ ਇਹ ਵੀ ਉੱਠਦਾ ਸੀ ਕਿ ਕਿਸਾਨਾਂ ਦੇ ਦਿਲਾਂ ਵਿੱਚ ਰਾਜਨੀਤਿਕ ਪਾਰਟੀਆਂ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਹੁਣ ਕੋਈ ਵੀ ਯਕੀਨ ਨਹੀਂ ਬਚਿਆ ਹੈਗਾ। ਸੋ ਇਸੇ ਦੇ ਚੱਲਦੇ ਕੁਝ ਕਿਸਾਨਾਂ ਦੇ ਸਵਾਲ ਲੈ ਕੇ ਅਸੀਂ ਜੰਤਰ ਮੰਤਰ ਰਵਨੀਤ ਬਿੱਟੂ ਜੀ ਜਿਹੜੇ MP ਨੇ ਤੇ ਨਾਲ ਹੀ ਕੁਲਵੀਰ ਜ਼ੀਰਾ ਜੀ ਉਹਨਾਂ ਨੂੰ ਮਿਲਣ ਦੇ ਲਈ ਉੱਥੇ ਪਹੁੰਚੇ ਸੀ। ਪਰ ਉੱਥੇ ਜਸਬੀਰ ਗਿੱਲ ਡਿੰਪਾ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਉਹ ਵੀ ਉੱਥੇ ਮੌਜੂਦ ਸਨ, ਰਵਨੀਤ ਬਿੱਟੂ ਜੀ ਤੇ ਜ਼ੀਰਾ ਉੱਥੇ ਨਹੀਂ ਮੌਜੂਦ ਸਨ। ਜਿਸ ਦੇ ਚੱਲਦਿਆਂ ਅਸੀਂ ਪਹਿਲਾਂ ਜਾ ਕੇ ਪੁੱਛਿਆ ਕਿ ਅਸੀਂ ਰਵਨੀਤ ਬਿੱਟੂ ਜੀ ਨੂੰ ਮਿਲਣਾ, ਤਾਂ ਉਹਨਾਂ ਨੇ ਕਿਹਾ ਨਹੀਂ ਪਹਿਲਾਂ ਮੇਰੀ ਇੰਟਰਵਿਊ ਕਰੋ ਤੇ ਉਹ ਕਿਸੇ ਕਾਰਨ ਕਰਕੇ ਇੱਥੇ ਨਹੀਂ ਹੈਗੇ, ਤੁਸੀਂ ਪਹਿਲਾਂ ਮੇਰੀ ਕਰ ਲਓ ਫਿਰ ਉਹਨਾਂ ਦੇ ਨਾਲ ਵੀ ਮਿਲਾ ਦਾਂਗੇ। ਅਸੀਂ ਉਹਨਾਂ ਨੂੰ ਦੁਬਾਰਾ ਕਿਹਾ ਕਿ ਨਹੀਂ ਅਸੀਂ ਉਹਨਾਂ ਨੂੰ ਮਿਲਣ ਲਈ ਆਏ ਹਾਂ, ਤਾਂ ਥੋੜੇ ਜਿਹੇ ਔਖੇ ਹੋ ਰਹੇ ਸੀ ਤੇ ਬਾਰ-ਬਾਰ ਕਹਿ ਰਹੇ ਕਿ ਸੀ ਨਹੀਂ ਮੈਂ MP ਹਾਂ ਮੇਰੀ ਕਰੋ। ਤੇ ਜਿਸ ਦੇ ਚੱਲਦਿਆਂ ਫਿਰ ਅਸੀਂ ਉਹਨਾਂ ਦੀ ਜਿਹੜੀ ਹੈ ਇੰਟਰਵਿਊ ਸਟਾਰਟ ਕਰ ਦਿੱਤੀ ਤੇ ਮੈਂ ਸਿੰਪਲ ਜਿਹਾ ਸਵਾਲ ਉਹਨਾਂ ਨੂੰ ਇਹ ਪੁੱਛਿਆ ਕਿ ਅੱਜ ਕੋਈ ਵੀ ਕਿਸਾਨ ਜਿਹੜਾ ਭਾਵੇਂ ਉਹ ਕਿਸੇ ਵੀ ਵਰਗ ਤੋਂ ਹੈ, ਭਾਵੇਂ ਉਹ ਕਿਸਾਨ ਹੈ ਵੀ ਹੈ ਜਾਂ ਨਹੀਂ ਵੀ ਹੈ, ਪਰ ਕਿਸਾਨੀ ਅੰਦੋਲਨ ਦੇ ਵਿੱਚ ਜਿਹੜਾ ਆਇਆ ਹੋਇਆ ਹੈ, ਜੇਕਰ ਉਹ ਅੱਜ ਕਿਸੇ ਰਾਜਨੀਤਿਕ ਪਾਰਟੀ ਤੇ ਬਲੀਵ ਨਹੀਂ ਕਰ ਰਿਹਾ, ਯਕੀਨ ਨਹੀਂ ਕਰ ਪਾਉਂਦਾ, ਉਹਨਾਂ ਨੂੰ ਨਹੀਂ ਵਿਸ਼ਵਾਸ ਆ ਰਿਹਾ, ਤਾਂ ਇਸ ਦਾ ਸਿੱਧਾ ਕਾਰਨ ਕਿਹਨੂੰ ਮੰਨਦੇ ਹੋ? ਜੇ ਮੇਰੇ ਪੁਆਇੰਟ ਆਫ ਵਿਊ ਨਾਲ ਦੇਖਿਆ ਜਾਵੇ ਤਾਂ ਬਹੁਤ ਸਾਰੇ ਜਵਾਬ ਇਹਦੇ ਨਿਕਲਦੇ ਨੇ, ਉਹ ਵੀ ਆਪਣਾ ਪੁਆਇੰਟ ਆਫ ਵਿਊ ਦੱਸ ਸਕਦੇ ਸੀ, ਆਪਣਾ ਜਵਾਬ ਰੱਖ ਸਕਦੇ ਸੀਗੇ, ਪਰ ਉਹਨਾਂ ਨੇ ਕਿਹਾ ਮੈਂ ਇਸ ਦਾ ਜਵਾਬ ਨਹੀਂ ਦੇਣਾ, ਮੈਨੂੰ ਮੇਰੇ ਬਾਰੇ ਪੁੱਛੋ, ਮੈਨੂੰ ਹੋਰਨਾਂ ਬਾਰੇ ਨਹੀਂ ਪੁੱਛਣਾ। ਪਰ ਮੈਂ ਉੱਥੇ ਕਿਸਾਨਾਂ ਦੇ ਸਵਾਲ ਲੈ ਕੇ ਗਈ ਸੀ ਕਿਉਂਕਿ RPD 24 ਲਗਾਤਾਰ ਕਿਸਾਨਾਂ ਦੀ ਕਵਰੇਜ ਦਿਖਾ ਰਿਹਾ, ਬਾਰ-ਬਾਰ 26 ਨਵੰਬਰ ਤੋਂ ਅਸੀਂ ਕਿਸਾਨਾਂ ਦੇ ਨਾਲ ਤੁਰੇ ਸੀ। ਸੋ ਸਾਡੇ ਕੋਲ ਬਹੁਤ ਸਾਰੇ ਸਵਾਲ ਸੀ ਕਿਸਾਨਾਂ ਦੇ, ਜੋ ਅਸੀਂ ਹਾਲਾਤ ਦੇਖੇ ਨੇ, ਕਈਆਂ ਦੇ ਪੈਰਾਂ ਵਿੱਚ ਜੁੱਤੀਆਂ ਵੀ ਨਹੀਂ ਸੀ ਤੇ ਕਈ ਅਪਾਹਜ ਜੋ ਵੀ ਉਹ ਇੱਥੇ ਆਏ ਹੋਏ ਨੇ, ਛੋਟੇ-ਛੋਟੇ ਬੱਚੇ ਇੱਥੇ ਆਏ ਹੋਏ ਨੇ। ਸੋ ਜੋ ਸਾਡੇ ਦਿਲ ਤੇ ਬੀਤੀ ਉਹਨਾਂ ਨੂੰ ਦੇਖ ਕੇ ਬੜੇ ਵੱਡੇ ਸਵਾਲ ਖੜੇ ਹੋ ਰਹੇ ਸੀ। ਸੋ ਇਹ ਉਹਨਾਂ ਤੋਂ ਪੁੱਛਣੇ ਬਣਦੇ ਸੀ ਜੋ ਉੱਥੇ ਜੰਤਰ ਮੰਤਰ ਤੇ ਜਾ ਕੇ ਧਰਨੇ ਦੇ ਰਹੇ ਨੇ ਕਿਸਾਨਾਂ ਦੇ ਹੱਕ ਵਿੱਚ। ਸੋ ਮੈਂ ਉਹਨਾਂ ਨੂੰ ਕਿਹਾ ਅਸੀਂ ਵੀ ਕਿਸਾਨਾਂ ਦੇ ਹੱਕ ਵਿੱਚ ਆਏ ਹਾਂ, ਸੋ ਤੁਸੀਂ ਵੀ ਕਿਸਾਨਾਂ ਦੇ ਹੱਕ ਵਿੱਚ ਹੀ ਆਏ। ਸੋ ਕਿਸਾਨੀ ਨੂੰ ਲੈ ਕੇ ਪਹਿਲ ਦੇ ਆਧਾਰ ਤੇ ਸਵਾਲ ਤਾਂ ਕਿਸਾਨਾਂ ਨੂੰ ਲੈ ਕੇ ਬਣਦੇ ਨੇ। ਸੋ ਮੈਂ ਉਹਨਾਂ ਨੂੰ ਫਿਰ ਤੋਂ ਕਿਹਾ ਕਿ ਠੀਕ ਹੈ ਮੈਂ ਉਹ ਵੀ ਪੁੱਛਾਂਗੀ, ਪਰ ਪਹਿਲਾਂ ਮੇਰੇ ਸਵਾਲ ਦਾ ਜਵਾਬ ਮੈਨੂੰ ਨਹੀਂ ਮਿਲਿਆ, ਕਿਸਾਨਾਂ ਦੇ ਸਵਾਲ ਦਾ ਜਵਾਬ ਨਹੀਂ ਮਿਲਿਆ, ਪਹਿਲਾਂ ਤੁਸੀਂ ਉਹ ਸਵਾਲ ਦੇ ਦਿਓ। ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਹਾ, ਪਹਿਲਾਂ ਜਦੋਂ ਸ਼ੁਰੂਆਤ ਹੋਈ ਸੀ ਗੱਲ ਦੀ, ਜਦੋਂ ਇੰਟਰਵਿਊ ਉਹਨਾਂ ਨੇ ਸਟਾਰਟ ਕੀਤੀ ਸੀ, ਉਦੋਂ ਹੀ ਉਹ ਤੂੰ ਤੜਾਂਗ ਕਰਕੇ ਗੱਲ ਕਰਨ ਲੱਗ ਪਏ ਸੀਗੇ, ਉਦੋਂ ਹੀ ਸਾਨੂੰ ਕਹਿਣ ਲੱਗ ਪਏ ਸੀ ਤੁਸੀਂ ਤਾਂ ਇੱਥੇ ਅੱਗ ਲਾਉਣ ਦੇ ਲਈ ਆਏ ਹੋ। ਸੋ ਬਾਅਦ ਵਿੱਚ ਸਾਨੂੰ ਕਹਿਣ ਲੱਗੇ ਤੁਹਾਡਾ ਮੀਡੀਆ ਜਿਹੜਾ ਹੈ ਕਿਸਾਨਾਂ ਨੂੰ ਤਾਰ-ਤਾਰ ਕਰਨ ਦੀ ਕੋਸ਼ਿਸ਼ ਕਰਦਾ, ਤਾਂ ਅਸੀਂ ਉਹਨਾਂ ਨੂੰ ਕਿਹਾ ਸੀ ਤਾਰ-ਤਾਰ ਕਰਨ ਦੀ ਕੋਸ਼ਿਸ਼ ਨਹੀਂ ਕਰਦੇ, ਅਸੀਂ 26 ਨਵੰਬਰ ਤੋਂ ਕਿਸਾਨਾਂ ਦੇ ਨਾਲ ਤੁਰੇ ਹਾਂ। ਮੇਰਾ ਇਹ ਉਹਨਾਂ ਨੂੰ ਜਵਾਬ ਸੀ, ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਤੂੰ ਆਪਣੀ ਆਵਾਜ਼ ਨੀਵੀਂ ਰੱਖ। ਉੱਥੇ ਇੱਕ ਵਕਤ ਲਈ ਮੈਂ ਚੁੱਪ ਕਰ ਵੀ ਜਾਂਦੀ, ਮੈਨੂੰ ਤੂੰ ਕਹਿਣ ਤੇ ਮੈਂ ਚੁੱਪ ਕਰ ਵੀ ਜਾਂਦੀ, ਪਰ ਸਵਾਲ ਮੇਰਾ ਨਹੀਂ ਸੀ, ਸਵਾਲ ਮੀਡੀਆ ਦਾ ਸੀ, ਸਵਾਲ ਸਿਰਫ ਸਾਡੇ ਚੈਨਲ ਦਾ ਨਹੀਂ ਸੀ, ਸਵਾਲ ਉਹ ਸਾਰੇ ਪੰਜਾਬ ਦੇ ਮੀਡੀਆ ਦਾ ਸੀ ਜਿਸ ਦੇ ਉੱਪਰ ਅੱਜ ਕਿਸਾਨਾਂ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਨੇ। ਸਵਾਲ ਸੀਗਾ ਮੀਡੀਆ ਦੇ ਵਜੂਦ ਦਾ, ਉਹਦੀ ਵੈਲਿਊ ਦਾ, ਜੋ ਕਿ ਉਹ ਤੂੰ ਕਹਿ ਕੇ ਇੱਕ ਵੈਲਿਊ ਪ੍ਰਚਾਰ ਕਰ ਰਹੇ ਸੀ ਕਿ ਕੀ ਵੈਲਿਊ ਉਹਨਾਂ ਦੀ ਨਜ਼ਰਾਂ ਦੇ ਵਿੱਚ ਮੀਡੀਆ ਦੀ। ਇਸ ਲਈ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਤੂੰ ਕਹਿ ਕੇ ਗੱਲ ਨਾ ਕਰੋ ਜੀ। ਮੈਂ ਉਹਨਾਂ ਦੇ ਪਿੱਛੇ ਜੀ ਲਾਇਆ, ਪਰ ਫਿਰ ਵੀ ਉਹਨਾਂ ਨੇ ਮਾਈਕ ਖੋਇਆ। ਉਸ ਤੋਂ ਬਾਅਦ ਉਹਨਾਂ ਨੇ ਸਾਡਾ ਕੈਮਰਾ ਤੋੜਨ ਦੀ ਕੋਸ਼ਿਸ਼ ਕੀਤੀ। ਉਹਨੂੰ ਕੈਮਰਾ ਆਪਰੇਟ ਕਰਨਾ ਨਹੀਂ ਸੀ ਆਉਂਦਾ, ਉਹਨਾਂ ਨੂੰ ਚਲਾਉਣਾ ਨਹੀਂ ਆਉਂਦਾ, ਨਹੀਂ ਸੀ ਪਤਾ ਕਿ ਕਿੱਦਾਂ ਡਿਲੀਟ ਹੋਣਾ ਵਿੱਚੋਂ ਸਾਰਾ ਡਾਟਾ ਕਿੱਦਾਂ ਨਹੀਂ, ਪਰ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ। ਉਹਨਾਂ ਨੇ ਕੈਮਰੇ ਦਾ ਜੋ ਲੈਂਸ ਹੈ ਉਹ ਵੀ ਟੁੱਟ ਚੁੱਕਿਆ ਹੈ ਤੇ ਸਾਡਾ ਮਾਈਕ ਜਿਹੜਾ ਆਹੀ ਮਾਈਕ ਸੀ ਉਹਨੂੰ ਸੈਲੋ ਟੇਪ ਦੇ ਨਾਲ ਅਸੀਂ ਜੋੜਿਆ ਹੋਇਆ ਹੈ। ਕੈਮਰੇ ਦਾ ਮਾਈਕ ਲੈਂਸ ਤੇ ਆ ਦੇਖੋ ਜੀ, ਆ ਵੀ ਜਿਹੜੀ ਹੈ ਇਹ ਟੇਪ ਲੱਗੀ ਹੋਈ ਹੈ, ਸੈਲੋ ਟੇਪ, ਇੱਥੇ ਵੀ ਸੈਲੋ ਟੇਪ ਲੱਗੀ ਹੋਈ ਹੈ। ਇਹ ਸਾਰਾ ਸੈਲੋ ਟੇਪ ਦੇ ਨਾਲ ਜੋੜਿਆ ਗਿਆ ਮਾਈਕ ਹੈ, ਇਸ ਨੂੰ ਤੋੜ ਦਿੱਤਾ। ਉਸ ਤੋਂ ਬਾਅਦ ਉਹਨਾਂ ਦੀ ਕੋਈ ਟੀਮ ਆਈ ਤੇ ਸਭ ਤੋਂ ਪਹਿਲਾਂ ਤਾਂ ਟੀਮ ਆਉਣ ਤੋਂ ਪਹਿਲਾਂ ਉੱਥੇ 3-4 ਬੰਦੇ ਹੋਰ ਆਏ ਜਿਨ੍ਹਾਂ ਨੇ ਆ ਕੇ ਸੁਰਿੰਦਰ ਭਾਜੀ ਨੂੰ ਫੜਿਆ ਕਿਉਂਕਿ ਇਹ ਕੈਮਰਾ ਨਹੀਂ ਸੀ ਛੱਡ ਰਹੇ ਤੇ ਉਹਨਾਂ ਤੋਂ ਬਾਰ-ਬਾਰ ਕੈਮਰਾ ਖੋ ਰਹੇ ਸੀ ਤੇ ਡਿਲੀਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਉਹਨਾਂ ਨੇ ਇਹਨਾਂ ਤੋਂ ਆ ਕੇ ਕੈਮਰਾ ਫੜਿਆ ਤੇ ਪਰ ਇਹਨਾਂ ਨੇ ਕੈਮਰਾ ਨਹੀਂ ਛੱਡਿਆ, ਮੈਂ ਮਾਈਕ ਨਹੀਂ ਛੱਡਿਆ ਤੇ ਮੈਨੂੰ ਇਹਨਾਂ ਤੱਕ ਪਹੁੰਚਣ ਨਹੀਂ ਸੀ ਦਿੱਤਾ ਜਾ ਰਿਹਾ। ਉੱਥੇ ਦਿੱਲੀ ਦੀ ਪੁਲਿਸ ਖੜੀ ਹੋਈ ਸੀ ਜੰਤਰ ਮੰਤਰ ਤੇ, ਬਹੁਤ ਸਾਰੇ ਪੁਲਿਸ ਅਧਿਕਾਰੀ ਖੜੇ ਹੁੰਦੇ ਨੇ, ਕਰਮਚਾਰੀ, ਕਾਂਸਟੇਬਲ, ਤੇ ਉਹ ਸਾਰੇ ਖੜ ਕੇ ਤਮਾਸ਼ਾ ਦੇਖ ਰਹੇ ਸੀ। ਮੈਂ ਉਹਨਾਂ ਨੂੰ ਕਿਹਾ ਕਿ ਪਲੀਜ਼ ਮੇਰੇ ਕੈਮਰਾਮੈਨ ਨੂੰ ਛੁਡਾਇਆ ਜਾਵੇ ਕਿਉਂਕਿ ਇਹਨਾਂ ਨੂੰ 3-4 ਬੰਦਿਆਂ ਨੇ ਫੜਿਆ ਸੀ। ਉਹ ਅੱਗੋਂ ਹੱਸ ਰਹੇ ਸੀ, ਉਹਨਾਂ ਨੇ ਮਾਸਕ ਵੀਅਰ ਕੀਤੇ ਸੀ ਪਰ ਪਤਾ ਲੱਗ ਰਿਹਾ ਸੀ ਹਾਵ ਭਾਵ ਤੋਂ ਕਿ ਉਹਨਾਂ ਦੇ ਮੂੰਹ ਤੇ ਹਾਸਾ ਆ ਰਿਹਾ ਸੀ। ਕਿੰਨੀ ਦੇਰ ਤੱਕ ਇਹਨਾਂ ਨੂੰ ਬੰਦਕ ਦੇ ਪੋਜੀਸ਼ਨ 'ਚ ਰੱਖਿਆ ਗਿਆ ਔਰ ਤੁਹਾਡੇ ਨਾਲ ਬਦਸਲੂਕੀ ਚੱਲਦੀ ਰਹੀ, ਕਿੰਨੀ ਦੇਰ ਦੀ ਘਟਨਾ ਰਹੀ? 20 ਮਿੰਟ ਦੀ ਘਟਨਾ ਰਹੀ ਹੋਏਗੀ
ਕਿਉਂਕਿ ਹਾਂਜੀ ਜਿੰਨਾ ਕੁ ਮੇਰੀ ਯਾਦ ਦੇ ਵਿੱਚ ਹੈ, ਕਿਉਂਕਿ ਇਹ ਜੋ ਰਿਕਾਰਡਿੰਗ ਹੋਈ ਹੈ ਉਹ ਤਾਂ ਕੁਝ ਕੁ ਮਿੰਟ ਦੀ ਹੈ। ਉਸ ਤੋਂ ਬਾਅਦ ਸਾਨੂੰ ਉਦੋਂ ਤੱਕ ਨਹੀਂ ਆਉਣ ਦਿੱਤਾ ਗਿਆ ਜਦੋਂ ਤੱਕ ਉਹਨਾਂ ਦੀ ਇੱਕ ਟੀਮ ਨਹੀਂ ਆਈ। ਉਹਨਾਂ ਦੀ ਟੀਮ ਨੇ ਆ ਕੇ ਸਾਡੀ ਕੈਮਰੇ ਚੈੱਕ ਕੀਤੇ ਕਿ ਕੈਮਰੇ ਵਿੱਚ ਕੋਈ ਰਿਕਾਰਡਿੰਗ ਤਾਂ ਨਹੀਂ ਰਹਿ ਗਈ। ਫਿਰ ਉਹਨਾਂ ਦੀ ਟੀਮ ਨੇ ਇਹ ਚੈੱਕ ਕੀਤਾ ਕਿ ਜਿਹੜਾ ਕਾਰਡ ਹੈ ਉਹਦੇ ਵਿੱਚ ਉਹਦੇ ਵਿੱਚ ਕੋਈ ਰਿਕਾਰਡਿੰਗ ਤਾਂ ਨਹੀਂ ਰਹਿ ਗਈ। ਉਸ ਤੋਂ ਬਾਅਦ ਸਾਨੂੰ ਆਉਣ ਦਿੱਤਾ ਗਿਆ। ਪੂਰੀ ਕੋਸ਼ਿਸ਼ ਕੀਤੀ ਗਈ ਕਿ ਉੱਥੋਂ ਡਿਲੀਟ ਕਰਕੇ ਸਾਰਾ ਡੇਟਾ ਫਿਰ ਸਾਨੂੰ ਵਾਪਸ ਭੇਜਿਆ ਜਾਵੇ, ਪਰ ਸੁਰਿੰਦਰ ਭਾਜੀ ਨੇ ਉਦੋਂ ਥੋੜਾ ਜਿਹਾ ਹੌਸਲਾ ਕੀਤਾ ਔਰ ਚੋਰੀ ਜਿਹੜਾ ਕਾਰਡ ਸੀਗਾ ਰਿਕਾਰਡਿੰਗ ਵਾਲਾ ਉਹ ਕੱਢ ਕੇ ਪਹਿਲਾਂ ਹੀ ਆਪਣੀ ਪਾਕਟ 'ਚ ਪਾ ਲਿਆ ਸੀਗਾ। ਹਾਂਜੀ ਤੇ ਕੋਈ ਕਾਂਗਰਸ ਦੇ ਹੋਰ ਵੀ ਸੀਗੇ ਜਾਂ ਵਿਧਾਇਕ ਜਾਂ ਐਮਪੀ ਜਿਨ੍ਹਾਂ ਨੇ ਉਹਨਾਂ ਨੇ ਜੇ ਸੀਗੇ ਤੇ ਉਹਨਾਂ ਨੇ ਤੁਹਾਨੂੰ ਕੋਈ ਵਿੱਚ ਬਚਾ ਨਹੀਂ ਕੀਤਾ? ਨਹੀਂ, ਉਹਨਾਂ ਨੇ ਸਾਨੂੰ ਕੋਈ ਬਚਾ ਨਹੀਂ ਕੀਤਾ। ਹਾਂਜੀ ਉਹਨਾਂ ਨੇ ਜਾ ਕੇ ਉੱਥੇ ਸਾਨੂੰ ਉਹ ਇਹ ਨਹੀਂ ਪਤਾ ਕਿ ਉੱਥੋਂ ਦੇ ਵਿਧਾਇਕ ਸੀ ਜਾਂ ਕੀ ਸੀ, ਪਰ ਉਹ ਪਾਰਟੀ ਦੇ ਨਾਲ ਸੀਗੇ। ਪਾਰਟੀ ਦੇ ਨਾਲ 3-4 ਬੰਦੇ ਹੋਰ ਸੀ, ਉਹਨਾਂ ਦੇ ਵਿੱਚ ਇੱਕ ਮਹਿਲਾ ਵੀ ਸ਼ਾਮਿਲ ਸੀ ਜੋ ਕਿ ਅਰਾਊਂਡ 30 ਉਹਨਾਂ ਦੀ ਏਜ ਲੱਗ ਰਹੀ ਸੀ ਔਰ ਸ਼ਾਇਦ ਉਹ ਅਨਮੈਰਿਡ ਸੀ ਜਿੱਥੋਂ ਤੱਕ ਮੇਰਾ ਖਿਆਲ ਹੈ, ਜੇ ਮੈਂ ਅੰਦਾਜ਼ਾ ਲਗਾਵਾਂ ਤਾਂ ਉਹਨਾਂ ਨੇ ਉਹਨਾਂ ਨੂੰ ਰੋਕਣ ਦੀ ਬਜਾਏ ਮੈਨੂੰ ਧੱਕਾ ਦੇ ਕੇ ਪਿੱਛੇ ਕੀਤਾ ਔਰ ਬਾਰ-ਬਾਰ ਇਹੀ ਕਹਿ ਰਹੇ ਸੀ ਕੋਈ ਗੱਲ ਨਹੀਂ, ਕੁਝ ਨਹੀਂ ਹੋਇਆ। ਉਹਨਾਂ ਦੇ ਲਈ ਕੁਝ ਨਹੀਂ ਸੀ ਹੋਇਆ। ਇੱਕ ਐਮਪੀ ਜਿਹਨੂੰ ਅਸੀਂ ਚੋਣਾਂ ਦੇ ਕੇ ਜਿਤਾਇਆ ਅੱਜ ਉਹ ਸਾਡੇ ਤੇ ਹੱਥ ਚੁੱਕ ਰਿਹਾ, ਪਰ ਉਹਨਾਂ ਲਈ ਇਹ ਕੋਈ ਵੱਡੀ ਗੱਲ ਨਹੀਂ ਸੀ। ਮੀਡੀਆ ਤੇ ਹੱਥ ਚੁੱਕਣਾ ਉਹਨਾਂ ਲਈ ਕੋਈ ਵੱਡੀ ਗੱਲ ਨਹੀਂ ਸੀ। ਇਸ ਲਈ ਬਾਰ-ਬਾਰ ਮੈਨੂੰ ਕਹਿ ਰਹੇ ਸੀ ਕਿ ਸਾਨੂੰ ਮੀਡੀਆ ਦੀ ਜ਼ਰੂਰਤ ਵੀ ਨਹੀਂ ਹੈ, ਤੁਸੀਂ ਜਾ ਸਕਦੇ ਹੋ ਇੱਥੋਂ, ਠੀਕ ਹੈ। ਔਰ ਉਹਨਾਂ ਦਾ ਇਹ ਵੀ ਜਿਹੜੀ ਆਫ ਕੈਮਰਾ ਗੱਲ ਹੋਈ ਉਸ ਤੋਂ ਬਾਅਦ ਜੋ ਸਾਨੂੰ ਉੱਥੇ ਬਿਠਾ ਕੇ ਰੱਖਿਆ ਗਿਆ ਜਦੋਂ ਤੱਕ ਕੈਮਰਾ ਨਹੀਂ ਦਿੱਤਾ, ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਇੱਥੇ ਨੈਸ਼ਨਲ ਮੀਡੀਆ ਵੀ ਤਾਂ ਆਂਦਾ, ਉਹ ਇਦਾਂ ਦੇ ਸਵਾਲ ਨਹੀਂ ਪੁੱਛਦਾ। ਯਾਨੀ ਕਿ ਤੁਹਾਡੇ ਕਹਿਣ ਦਾ ਇਹ ਮਤਲਬ ਹੈ ਕਿ ਜਿਹੜੇ ਸਵਾਲ ਤੁਹਾਨੂੰ ਪਸੰਦ ਨੇ ਪਹਿਲਾਂ ਆਫ ਕੈਮਰਾ ਤੁਹਾਡੇ ਕੋਲ ਰਿਕਾਰਡ ਲਿਆ ਜਾਵੇ ਕਿ ਤੁਹਾਨੂੰ ਕਿੱਦਾਂ ਦੇ ਸਵਾਲ ਪਸੰਦ ਨੇ, ਉਸ ਤੋਂ ਬਾਅਦ ਤੁਹਾਡੇ ਜਿਹੜੇ ਸਾਰੇ ਸਵਾਲ ਤੁਹਾਡੇ ਤੋਂ ਪੁੱਛੇ ਜਾਣ ਤਾਂ ਜੋ ਤੁਸੀਂ ਰਟੇ ਆਨਸਰ ਦੇ ਸਕੋ। ਪਰ ਅਸੀਂ ਉੱਥੇ ਤੁਹਾਡੇ ਸਵਾਲ ਜਾਣਨ ਨਹੀਂ ਸੀ ਆਏ, ਅਸੀਂ ਉੱਥੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਲੈਣ ਦੇ ਲਈ ਆਏ ਸੀਗੇ। ਤੇ ਉਸ ਤੋਂ ਬਾਅਦ ਫਿਰ ਜਦੋਂ ਉਹਨਾਂ ਨੇ ਸਾਰਾ ਚੈੱਕ ਕੀਤਾ ਕਿ ਕੈਮਰੇ ਦੇ ਵਿੱਚ ਕੁਝ ਰਿਕਾਰਡਿੰਗ ਰਹਿ ਤਾਂ ਨਹੀਂ ਗਈ, ਉਸ ਤੋਂ ਬਾਅਦ ਫਿਰ ਸਾਨੂੰ ਸਾਡਾ ਕੈਮਰਾ ਵਾਪਸ ਮਿਲਿਆ। ਪਰ ਇਸ ਦੇ ਨਾਲ ਹੀ ਉੱਥੇ ਸਾਡੇ ਸੈੱਲ ਰੱਖ ਲਏ ਗਏ, ਕਾਰਡਸ ਉੱਥੇ ਰੱਖੇ ਤੇ ਹੋਰ ਵੀ ਸਮਾਨ ਜਿਹੜਾ ਉੱਥੇ ਰਹਿ ਗਿਆ ਸਾਡਾ। ਇਸ ਘਟਨਾ ਤੋਂ ਬਾਅਦ ਮੈਂ ਤਾਂ ਆਪਣਾ ਫੋਨ ਆਫ ਕਰ ਲਿਆ ਸੀ। ਸੁਰਿੰਦਰ ਭਾਈ ਦਾ ਫੋਨ ਵੀ ਅਸੀਂ ਆਫ ਹੀ ਰੱਖਿਆ ਹੋਇਆ ਹੈ। ਤੇ ਇਸ ਤੋਂ ਇਲਾਵਾ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਸਾਡੇ ਜਿਹੜੇ CEO ਨੇ, ਸਾਡੇ ਜਿਹੜੇ ਬੌਸ ਨੇ, ਬਾਕੀ ਸਾਰੀਆਂ ਗੱਲਾਂ ਤਾਂ ਉਹੀ ਦੱਸ ਸਕਦੇ ਨੇ ਕਿ ਉਹਨਾਂ ਨੂੰ ਕੋਈ ਫੋਨ ਆਇਆ ਜਾਂ ਨਹੀਂ ਆਇਆ। ਤੇ ਜੀ ਹਾਂਜੀ ਅਸੀਂ ਕਾਰਵਾਈ ਕਰਾਂਗੇ, ਪੂਰੀ ਟੀਮ ਮੇਰੇ ਨਾਲ ਹੈ। ਹਾਂਜੀ, ਪਰ ਹੱਲੇ ਕੋਈ ਕਾਰਵਾਈ ਕੀਤੀ ਨਹੀਂ ਹੈ, ਪਰ ਇਸ ਤੋਂ ਬਾਅਦ ਹੀ ਨਾਲ ਹੀ FIR ਜ਼ਰੂਰ ਦਰਜ ਕਰਵਾਈ ਜਾਏਗੀ। ਹਾਂਜੀ।